ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ। ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਸੁਣ ਰਹੇ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਚਰਨਜੀਤ ਭਾਜੀ ਦੇ ਜਿਹੜੇ ਲੜਕਾ ਅਤੇ ਲੜਕੀ ਤੋਂ ਬੱਚੇ ਨੇ, ਗੁਰਸਮਰਾਟ ਸਿੰਘ ਅਤੇ ਪੁਸ਼ਨੀਤ ਕੌਰ, ਜੋ ਕਿ ਬੀਨਾ ਨੋਵਾ ਵਿੱਚ ਰਹਿਣ ਵਾਲੇ ਆ। ਇਹਨਾਂ ਦੇ ਬੱਚਿਆਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ। ਘਰ ਪਰਿਵਾਰ ਨੂੰ ਸਾਰਿਆਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਵੱਧਦੇ ਹਾਂ ਜੀ ਅਗਲੇ ਅਪਡੇਟ ਵੱਲ, ਅੱਜ ਦੀਆਂ ਖਾਸ ਖਬਰਾਂ ਵੱਲ। ਸਭ ਤੋਂ ਪਹਿਲਾਂ ਇਟਲੀ ਦੀ ਆਪਾਂ ਦੇਖਦੇ ਹਾਂ ਸਿਚੁਏਸ਼ਨ, ਫਿਰ ਦੇਖਾਂਗੇ ਕਿਸ ਹਿਸਾਬ ਦੇ ਨਾਲ ਮਾਲਕ ਕਰ ਰਹੇ ਨੇ ਇਟਲੀ ਦੇ ਵਿੱਚ ਧੱਕਾਸ਼ਾਹੀ। ਨਵੇਂ ਕੇਸਾਂ ਦੀ ਗੱਲ ਕਰੀਏ ਤਾਂ ਇਟਲੀ ਦੇ ਵਿੱਚ 1400 ਨਵਾਂ ਕੇਸ, 12 ਦੀ ਹੋਈ ਮੌਤ, 1763 ਬੰਦਾ ਹੋਇਆ ਠੀਕ। 41,015 ਇਟਲੀ ਦੇ ਵਿੱਚ ਪੋਜ਼ੀਟਿਵ ਮਰੀਜ਼ ਆ ਜੀ, ਜਿਨ੍ਹਾਂ ਦੇ ਵਿੱਚੋਂ 161 ਬੰਦਾ ICU ਦੇ ਵਿੱਚ ਆ, ਜਿਨ੍ਹਾਂ ਨੂੰ ਅਸੀਂ ਥੈਰੇਪੀ ਇੰਟੈਂਸਿਵਾ ਕਹਿ ਰਹੇ ਹਾਂ। 1147 ਬੰਦਾ ਕੋਵਿਡ ਦੇ ਸਿੰਪਟਮ ਦੇ ਨਾਲ ਹੌਸਪਿਟਲਾਂ ਦੇ ਵਿੱਚ ਹੈ ਅਤੇ 39,707 ਬੰਦਾ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਜੀ। ਜੇਕਰ ਗੱਲ ਕਰੀਏ ਟੈਸਟਾਂ ਦੀ ਤਾਂ ਇਟਲੀ ਦੇ ਵਿੱਚ ਜਿਹੜੇ ਟੋਟਲ ਟੈਸਟ ਕੀਤੇ ਗਏ ਨੇ ਉਹ ਆ ਜੀ 2,08,419। 10 ਦੀ ਪੋਜ਼ੀਟਿਵਿਟੀ 0.67 ਹੈ ਜੀ। 1000 ਪਿੱਛੇ 6 ਅਤੇ 10,000 ਟੈਸਟਾਂ ਪਿੱਛੇ 67 ਜਿਹੜੇ ਬੰਦੇ ਅੱਜ ਪੋਜ਼ੀਟਿਵ ਆ ਰਹੇ ਸਨ। ਜੇਕਰ ਗੱਲ ਕਰੀਏ ਅਸੀਂ ਟੌਪ 5 ਸਟੇਟਾਂ ਦੀ ਇਟਲੀ ਦੀਆਂ, ਅਤੇ ਅੱਜ ਕੰਪਾਨੀਆ ਦੇ ਵਿੱਚ 210, ਲੋਂਬਾਰਡੀਆ ਦੇ ਵਿੱਚ 205, ਸਿਚੀਲੀਆ ਦੇ ਵਿੱਚ 192, ਲਾਤਸੀਓ ਦੇ ਵਿੱਚ 176 ਅਤੇ ਵੇਨੇਤੋ ਦੇ ਵਿੱਚ 157 ਕੇਸ ਦਰਜ ਹੋਇਆ ਜੀ। ਉੱਧਰ ਜੇ ਅਸੀਂ ਵੈਕਸੀਨ ਦੀ ਗੱਲ ਕਰੀਏ ਤਾਂ ਵੈਕਸੀਨ ਦੇ ਵਿੱਚ ਇੰਡੀਆ ਅੱਜ ਵੀ ਦੂਸਰੇ ਨੰਬਰ 'ਤੇ ਹੈ ਜੀ, ਜਿਹਨੇ 368.99 ਮਿਲੀਅਨ ਨੂੰ ਪਹਿਲਾ ਅਤੇ 70.31 ਮਿਲੀਅਨ ਨੂੰ ਦੂਸਰਾ ਵੈਕਸੀਨ ਦਾ ਡੋਜ਼ ਲਾ ਦਿੱਤਾ ਜੀ। ਇਟਲੀ ਦੁਨੀਆ ਦੇ ਵਿੱਚ 11ਵੇਂ ਨੰਬਰ 'ਤੇ ਪਹੁੰਚ ਚੁੱਕਾ ਹੈ ਜੀ। 5,69,17,775 ਨੂੰ ਪਹਿਲਾ, 2,32,06,690 ਨੂੰ ਦੂਸਰਾ ਵੈਕਸੀਨ ਦਾ ਡੋਜ਼ ਲਾ ਦਿੱਤਾ ਜੀ। ਵੱਧਦੇ ਹਾਂ ਜੀ ਅੱਜ ਜਿਹੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਸ ਖਬਰਾਂ ਨੇ। ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਜੀ GKN ਤੋਂ ਆ ਰਹੀ, ਜਿਨ੍ਹਾਂ ਨੇ 422 ਬੰਦਿਆਂ ਨੂੰ ਕੱਢਿਆ ਕੰਮ ਤੋਂ, ਅਤੇ ਕੰਮ ਤੋਂ ਕੱਢਣ ਦਾ ਕਾਰਨ ਜੋ ਵੀ ਲਿਖਿਆ ਸਾਰਾ ਈਮੇਲ ਕੱਢੀ ਗਈ ਜੀ। ਬੰਦਿਆਂ ਨੂੰ ਈਮੇਲ ਕੱਢੀ ਗਈ ਅਤੇ ਦੱਸਿਆ ਕਿ ਤੁਸੀਂ ਕੰਮ 'ਤੇ ਨਹੀਂ ਆਉਣਾ, ਤੁਹਾਨੂੰ ਅਸੀਂ ਕੰਮ ਤੋਂ ਕੱਢ ਦਿੱਤਾ ਜੀ। ਅਤੇ ਇਸ ਨੂੰ ਦੇਖਦੇ ਹੋਏ ਜਿਹੜੇ ਆਪਣੇ ਮਿਨਿਸਟਰ ਓਰਲਾਂਦੋ ਜੀ, ਜੋ ਕਿ ਕੰਮਾਂ ਦਾ ਵਿਭਾਗ ਦੇਖ ਰਹੇ ਨੇ, ਉਹਨਾਂ ਨੇ ਕਿਹਾ ਕਿ ਇੱਦਾਂ ਦੇ ਘਟੀਆ ਮਾਲਕ ਅਸੀਂ ਕਦੇ ਨਹੀਂ ਦੇਖੇ, ਜੋ ਕਿ ਬੰਦਿਆਂ ਨੂੰ ਫੇਸ ਟੂ ਫੇਸ ਵੀ ਕਹਿਣ ਦੀ ਹਿੰਮਤ ਨਹੀਂ ਰੱਖਦੇ ਕਿ ਅਸੀਂ ਤੁਹਾਨੂੰ ਕੰਮ ਤੋਂ ਕੱਢ ਦਿੱਤਾ। ਥੋੜ੍ਹੇ ਬਹੁਤੇ ਨਹੀਂ, 400 ਤੇ ਉੱਤੇ 422 ਬੰਦੇ ਨੂੰ ਘਰ ਦੇ ਵਿੱਚ ਬਿਠਾਉਣਾ ਸਿਰਫ ਇੱਕ ਈਮੇਲ ਦੇ ਨਾਲ ਸਰਾਸਰ ਜਾਤੀ ਹੈ, ਸਰਾਸਰ ਤਾਨਾਸ਼ਾਹੀ ਹੈ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆ ਰਿਹਾ ਜੀ ਆਪਣਾ ਵੈਕਸੀਨਾਂ ਤੋਂ ਆ ਰਿਹਾ ਜੀ। ਵੈਕਸੀਨ ਫਾਈਜ਼ਰ ਅਤੇ ਮੋਡਰਨਾ ਵੈਕਸੀਨ, ਇਹਨਾਂ ਦੇ ਵਿੱਚ ਕੁਛ ਮੋਡੀਫਿਕੇਸ਼ਨ ਕੀਤੇ ਗਏ ਨੇ। ਇਹਨਾਂ ਦਾ ਜਿਹੜਾ ਬੁਜ਼ਰਦੀਨੋ ਹੁੰਦਾ, ਜਿਹੜੀ ਇਹਦੇ ਪਰਚੀ ਹੁੰਦੀ ਹੈ ਜਿਸ 'ਤੇ ਲਿਖਿਆ ਹੁੰਦਾ ਕਿ ਇਹਨਾਂ ਦੇ ਵਿੱਚ ਕਿਹੜਾ ਲੱਛਣ ਹੋ ਸਕਦਾ ਵੈਕਸੀਨ ਲੱਗਣ ਤੋਂ ਬਾਅਦ, ਉਹਨਾਂ ਲੱਛਣਾਂ ਦੇ ਵਿੱਚ ਇੱਕ ਹੋਰ ਲੱਛਣ ਐਡ ਕੀਤਾ ਗਿਆ ਜੀ, ਜਿਹੜਾ ਲੱਛਣ ਹੈ ਕਿ ਸਰੀਰ ਦੇ ਵਿੱਚ, ਛਾਤੀ ਦੇ ਵਿੱਚ ਦਰਦ ਹੋ ਸਕਦਾ। ਜੇਕਰ ਤੁਸੀਂ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਲਵਾ ਰਹੇ ਹੋ ਤਾਂ ਤੁਹਾਡੇ ਚੈਸਟ ਦੇ ਵਿੱਚ ਬਹੁਤ ਹੀ ਜ਼ਿਆਦਾ ਦਰਦ ਹੋ ਸਕਦਾ ਅਤੇ ਦਿਲ ਦੀ ਧੜਕਣ ਵੀ ਬਹੁਤ ਤੇਜ਼ ਹੋ ਸਕਦੀ ਹੈ। ਤੁਹਾਨੂੰ ਇੱਦਾਂ ਲੱਗ ਸਕਦਾ ਕਿ ਦਿਲ ਦੇ ਉੱਤੇ ਜਿੱਦਾਂ ਥੋੜੀਆਂ ਵੱਜ ਰਹੀਆਂ ਨੇ, ਇੱਦਾਂ ਦੀ ਸਿਚੁਏਸ਼ਨ ਤੁਹਾਨੂੰ ਫੀਲ ਹੋ ਸਕਦੀ ਹੈ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਜੋ ਆਪਣਾ ਅਪਡੇਟ ਆ ਜੀ ਆ ਰਿਹਾ ਆਪਣੇ ਜਿਹੜੀ ਲੜਕੀ 18 ਸਾਲ ਦੀ ਜਿਹੜੀ ਲੜਕੀ ਗਵਾਚੀ ਹੈ, ਜਿਸ ਦਾ ਨਾਮ ਸਮਨ ਅਬਾਸ ਆ ਜੀ। ਉਸਦੇ ਇੱਕ ਫਰੈਂਡ ਆ, 21 ਸਾਲ ਦਾ ਪਾਕਿਸਤਾਨੀ ਮੁੰਡਾ ਹੀ ਫਰੈਂਡ ਆ। ਉਹਨੇ ਇੱਕ ਨਵਾਂ ਅਪਡੇਟ ਦੇ ਕੇ ਇਸ ਪੂਰੀ ਇਟਲੀ ਨੂੰ ਇੱਕ ਵਾਰ ਫਿਰ ਇੱਧਰ ਉੱਧਰ ਕਰਤਾ ਜੀ, ਉਲਥ ਪੁਲਥ ਕਰ ਦਿੱਤਾ ਪੂਰੀ ਇਟਲੀ ਨੂੰ, ਪੂਰੀ ਇਨਕੁਆਇਰੀ ਨੂੰ। ਉਸ ਮੁੰਡੇ ਦਾ ਬਿਆਨ ਆ, 21 ਸਾਲ ਜਿਸ ਦੀ ਉਮਰ, ਉਹ ਕਹਿ ਰਿਹਾ ਹੈ ਕਿ ਸਮਨ ਦੀ ਜਿਹੜੀ ਫੈਮਿਲੀ ਆ ਉਸ ਨੇ ਉਹਨੂੰ ਨਹੀਂ ਮਾਰਿਆ, ਉਹਦਾ ਕਤਲ ਨਹੀਂ ਕੀਤਾ, ਕਿਉਂਕਿ ਜਿਹੜਾ ਉਹਦਾ ਬॉयਫ੍ਰੈਂਡ ਆ ਉਹ ਇੱਕ ਪਾਕਿਸਤਾਨੀ ਮੁੰਡਾ। ਜੇਕਰ ਕੋਈ ਹੋਰ ਮੁੰਡਾ ਹੁੰਦਾ ਤਾਂ ਫਿਰ ਸ਼ਾਇਦ ਕਤਲ ਕਰ ਦਿੰਦੇ। ਮੇਰਾ ਪਾਕਿਸਤਾਨੀ ਹੋਣ ਦੇ ਨਾਲ ਉਹਨਾਂ ਨੇ ਕੁੜੀ ਨੂੰ ਨਹੀਂ ਮਾਰਿਆ, ਅਤੇ ਉਹ ਜਿਹੜੀ ਕੁੜੀ ਆ ਆਪਣੀ ਕਿਸੇ ਚਾਚੀ ਜਾਂ ਫਿਰ ਤਾਈ ਦੇ ਨਾਲ, ਆਪਣੀ ਜ਼ੀਆ, ਆਪਣੀ ਕਿਸੇ ਆਂਟੀ ਦੇ ਨਾਲ ਇਟਲੀ ਤੋਂ ਫਰਾਰ ਹੋ ਚੁੱਕੀ ਹੈ ਜੀ, ਜਿਸ ਕਾਰਨ ਉਸ ਦੀ ਜਿਹੜੀ ਲਾਸ਼ ਹੈ ਇਟਲੀ ਦੇ ਵਿੱਚ ਕਿਸੇ ਵੀ ਪਾਸੇ ਨਹੀਂ ਲੱਭ ਰਹੀ। ਉਹਦੇ ਨਾਲ ਉਹਨੇ ਇਹ ਵੀ ਦੱਸਿਆ ਕਿ ਮੈਂ ਜਿਹੜਾ ਇਸ ਕੁੜੀ ਦੀ ਹੱਤਿਆ ਹੋਈ ਸੀ, ਇਸ ਕੁੜੀ ਦਾ ਕਤਲ ਹੋਇਆ ਸੀ, ਇਸ ਬਾਰੇ ਇਸ ਕਾਰਨ ਕਿਹਾ ਸੀ ਕਿਉਂਕਿ ਪਹਿਲਾਂ ਉਸ ਹੀ ਲੜਕੀ ਨੇ ਉਹਨੂੰ ਕਿਹਾ ਸੀ ਕਿ ਮੈਨੂੰ ਘਰ ਦੇ ਵਿੱਚ ਹੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ, ਫਿਰ ਇਸ ਕਾਰਨ ਮੈਂ ਕਿਹਾ ਸੀ ਕਿ ਸ਼ਾਇਦ ਉਹਦੀ ਹੱਤਿਆ, ਉਹਦਾ ਕਤਲ ਕੀਤਾ ਹੋਊਗਾ। ਪਰ ਹੁਣ ਜੋ ਇਨਫੋਰਮੇਸ਼ਨ ਮਿਲ ਰਹੀ ਹੈ ਜੀ, ਉਹਦੇ ਹਿਸਾਬ ਦੇ ਨਾਲ ਦੱਸ ਰਹੇ ਨੇ ਕਿ ਲੜਕੀ ਆਪਣੀ ਕਿਸੇ ਆਂਟੀ ਦੇ ਨਾਲ ਕਿਸੇ ਇਟਲੀ ਤੋਂ ਬਾਹਰ ਹੋਰ ਦੇਸ਼ ਦੇ ਵਿੱਚ ਇਸ ਟਾਈਮ ਰਹਿ ਰਹੀ ਹੈ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ।
ਅਗਲਾ ਅਪਡੇਟ ਹੈ ਜੀ ਆਪਣਾ ਆ ਰਿਹਾ ਜੀ ਅਲਾਰਮੇ ਕੰਸੂਮਾਤੋਰੀ ਵੱਲੋਂ ਆ ਰਿਹਾ ਜੀ। ਇਹਦੇ ਵਿੱਚ ਬੱਚਿਆਂ ਦੇ ਲਈ ਜਿਹੜੀਆਂ ਬਣੀਆਂ ਬਰਸਾਤੀਆਂ ਹੁੰਦੀਆਂ ਨੇ, ਇੱਕ ਮਾਰਕ ਆ ਜੀ ਬੱਚਿਆਂ ਦੀ ਬਰਸਾਤੀ ਦਾ D&D ਦਾ ਮਾਰਕ ਆ, ਜੋ ਕਿ ਚੀਨਾ ਦੇ ਵਿੱਚ ਬਣਿਆ PVC ਦੇ ਵਿੱਚ ਹੁੰਦੀਆਂ ਨੇ, ਪਲਾਸਟਿਕ ਜਿਹੀ ਹੁੰਦੀ ਹੈ ਜੀ। ਇਹ ਬਰਸਾਤੀ ਆ ਬੱਚੇ ਵੇ ਭੇਜਣ ਨਾਲ ਇਹਨਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਕਿਹੜੀ ਹੈ ਜੀ, ਤਕਰੀਬਨ ਜਿੰਨਾ ਵੀ ਇਹ ਮਾਲ ਸੀਗਾ ਸਾਰੇ ਦਾ ਸਾਰਾ ਬਰਸਾਤੀਆਂ ਜਿਹੜੀਆਂ D&D ਦੀਆਂ ਬਰਸਾਤੀਆਂ ਇਹ ਸਾਰੀਆਂ ਲਾ ਲਈਆਂ ਗਈਆਂ ਨੇ। ਰੇਟ ਇਹਨਾਂ ਦਾ 3 ਤੋਂ 4 ਯੂਰੋ ਤੱਕ ਹੁੰਦਾ ਸੀ। ਇਹਨਾਂ ਦੇ ਵਿੱਚ ਪ੍ਰੋਬਲਮ ਕੀ ਆਈ ਆ, ਇਹਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਫੇਸ ਹੋ ਰਹੀ ਉਹ ਇਹ ਹੈ ਕਿ ਜਿਹੜੇ ਬੱਚੇ ਆ ਜਿਨ੍ਹਾਂ ਦੀ ਉਮਰ 7 ਸਾਲ ਤੱਕਲੇ ਬੱਚੇ ਆ ਉਹਨਾਂ ਦੇ ਲਈ ਬਰਸਾਤੀਆਂ ਸਨ। ਇਹਨਾਂ ਦੇ ਵਿੱਚ ਜਿਹੜੀਆਂ ਉਹ ਰੱਸੀਆਂ ਲੱਗੀਆਂ ਨੇ, ਇਹਨਾਂ ਦੇ ਵਿੱਚ ਜਿਹੜੀਆਂ ਫੀਤੀਆਂ ਲੱਗੀਆਂ ਨੇ ਮੂੰਹ ਘੁੱਟਣ ਲਈ, ਉਹ ਗਲ ਦੇ ਵਿੱਚ ਫਸ ਕੇ ਜਿਹੜਾ ਬੱਚਾ ਆ ਗਲ ਉਹਦਾ ਘੁੱਟ ਵੀ ਹੋ ਸਕਦਾ, ਕਿਉਂਕਿ ਉਹ ਜਿਹੜੀਆਂ ਫੀਤੀਆਂ ਕਈ ਵਾਰ ਐਸੇ ਹਿਸਾਬ ਦੇ ਨਾਲ ਘੁੱਟ ਹੋ ਜਾਂਦੀਆਂ ਨੇ ਕਿ ਢਿੱਲੀਆਂ ਕਰਨੀਆਂ ਔਖੀਆਂ ਹੋ ਜਾਂਦੀਆਂ, ਕਿ ਜੇਕਰ ਕੋਈ ਬੱਚਾ ਬਹੁਤ ਹੀ ਜ਼ਿਆਦਾ ਜ਼ੋਰ ਨਾਲ ਘੁੱਟ ਲੈਂਦਾ ਤਾਂ ਉਹ ਦੁਬਾਰਾ ਥੋੜ੍ਹੇ ਕਿਤੇ ਨਹੀਂ ਖੁੱਲ੍ਹਦੀ। ਅਤੇ ਜਿਸ ਕਰਕੇ ਇਹ ਨਾਲ ਇੱਕ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਜਿਹੜੀਆਂ ਇਹਦੇ ਵਿੱਚ ਫੀਤੀਆਂ ਪਾਈਆਂ ਹੁੰਦੀਆਂ ਨੇ ਸਰਕਾਰ ਦੇ ਕਾਨੂੰਨਾਂ ਦੇ ਹਿਸਾਬ ਦੇ ਨਾਲ, ਜਿਨ੍ਹਾਂ ਦੀ ਉਮਰ ਬੱਚਿਆਂ ਦੀ 7 ਸਾਲ ਤੋਂ ਥੱਲੇ ਆ ਜਾਂ ਫਿਰ 14 ਸਾਲ ਤੋਂ ਥੱਲੇ ਆ, 7 ਤੋਂ ਲੈ ਕੇ 14 ਸਾਲ ਦੀਆਂ, ਇਹਨਾਂ ਦੀ ਜਿਹੜੀਆਂ ਫੀਤੀਆਂ ਗਲ ਦੇ ਵਿੱਚੋਂ ਜਿਹੜੀਆਂ ਕਾਲਰਾਂ ਤੋਂ ਬਾਹਰ ਨਹੀਂ ਆਉਣੀਆਂ ਚਾਹੀਦੀਆਂ, ਸਭ ਤੋਂ ਪਹਿਲਾਂ ਜੋ ਕਾਨੂੰਨ ਦੇ ਹਿਸਾਬ ਦੇ ਨਾਲ ਦੇਖਿਆ ਜਾਏ। ਦੂਸਰਾ ਨੰਬਰ, ਜਿਸ ਟਾਈਮ ਇਹ ਬੰਨਿਆ ਹੁੰਦਾ 15 ਸੈਂਟੀਮੀਟਰ ਤੋਂ ਇਹ ਨਾਲਾ ਰੱਖ ਲਓ ਜਾਂ ਜੋ ਵੀ ਹੁੰਦਾ ਇਹ ਰੱਖਿਆ, ਬਾਹਰ ਨਹੀਂ ਆਉਣਾ ਚਾਹੀਦਾ, ਪਰ ਇਹ 15 ਤੋਂ ਜ਼ਿਆਦਾ ਆ ਰਹੇ ਸਨ ਅਤੇ ਗਲ ਤੋਂ ਬਾਹਰ ਦਿਸ ਰਹੇ ਸਨ, ਜਿਸ ਲਈ ਸਾਰੀਆਂ ਬਰਸਾਤੀਆਂ ਜੋ ਕਿ ਚਾਈਨੀਜ਼ ਸਨ ਹੁਣ ਮਾਰਕੀਟ ਤੋਂ ਚੱਕ ਲਈਆਂ ਗਈਆਂ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਲਈ ਬਰਸਾਤੀ ਲਈ ਹੈ D&D ਮਾਰਕੇ ਦੀ, ਤਾਂ ਅੱਜ ਹੀ ਵਾਪਸ ਕਰਕੇ ਇਹਦੇ ਨਾਲ ਬੱਚੇ ਦਾ ਗਲ ਘੁੱਟਣ ਦਾ ਖਤਰਾ ਹੁੰਦਾ ਅਤੇ ਜਿਸ ਨਾਲ ਬੱਚੇ ਦੀ ਜਾਨ ਵੀ ਜਾ ਸਕਦੀ ਹੈ ਜੀ। ਫਰਾਂਸ ਲੈਣ ਜਾ ਰਿਹਾ ਜੀ ਇੱਕ ਨਵੇਂ ਫੈਸਲੇ, ਜਿਹਦੇ ਬਾਰੇ ਸੋਮਵਾਰ ਸ਼ਾਮ ਨੂੰ ਉਹਨਾਂ ਨੇ ਗੱਲਬਾਤ ਕਰਨੀ ਹੈ। ਅਨਾਊਂਸਮੈਂਟ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਸ਼੍ਰੀ ਮੈਕਰੋਨ ਜੀ ਉਹਨਾਂ ਨੇ ਅਨਾਊਂਸਮੈਂਟ ਕਰ ਰਹੀ ਹੈ, ਜੋ ਕਿ ਇਸ ਟਾਈਮ ਇੱਕ ਮਤਾ ਪਾਸ ਕਰਨ ਜਾ ਰਹੇ ਨੇ ਫਰਾਂਸ ਦੇ ਵਿੱਚ। ਉਹ ਇਹ ਹੈ ਜੀ ਕਿ ਧੱਕਾਸ਼ਾਹੀ ਦੇ ਨਾਲ ਵੈਕਸੀਨ ਲੱਗੇਗੀ। ਇਹ ਕਾਰਨ ਕਿਉਂ ਜੀ, ਜਿੰਨੇ ਵੀ ਨਵੇਂ ਕੇਸ ਆ ਰਹੇ ਨੇ ਤਕਰੀਬਨ 50 ਤੋਂ 51.7% ਜਿਹੜੇ ਕੇਸਾਂ ਦੀ ਗਿਣਤੀ ਹੈ ਡੈਲਟਾ ਵਾਰੀਅੰਟ ਦੀ ਆ ਰਹੀ ਹੈ, ਅਤੇ ਇਸ ਤੋਂ ਬਚਣ ਦਾ ਇੱਕ ਹੀ ਇਲਾਜ ਹੈ, ਉਹ ਹੈ ਜੀ ਵੈਕਸੀਨ। ਵੱਧ ਤੋਂ ਵੱਧ ਬੰਦਿਆਂ ਦੇ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ, ਅਤੇ ਜਿਹੜੇ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਆ ਰਿਹਾ ਉਹਨਾਂ ਏਰੀਏ ਦੇ ਵਿੱਚ ਬੰਦਾ ਕੋਈ ਮੰਨੇ ਬੰਦਾ ਕੋਈ ਨਾ ਮੰਨੇ, ਉਹਨਾਂ ਬੰਦਿਆਂ ਦੀ ਜਿਹੜੀ ਵੈਕਸੀਨ ਲੱਗੂਗੀ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆ ਜੀ ਤਕਰੀਬਨ 11,000 ਵੈਕੈਂਸੀਆਂ ਖੁੱਲ੍ਹੀਆਂ ਨੇ, ਸਰਕਾਰੀ ਵੈਕੈਂਸੀਆਂ। ਇਹ ਕਿਹੜੀਆਂ ਨੇ ਜੀ, ਦੇਖਰੇਖ ਤੋਂ ਸੁਸਤੀ ਨਹੀਂ, ਵਿਸ਼ਵ ਦੇ ਵਿੱਚ ਸਰਕਾਰ ਨੇ 11,000 ਨਵੇਂ ਕੰਮ 'ਤੇ ਵੈਕੈਂਸੀਆਂ ਖੋਲ੍ਹੀਆਂ ਨੇ। ਇਹ ਹੈ ਜੀ ਜਿੰਨੇ ਇਟਲੀ ਦੇ ਵਿੱਚ ਨਵੇਂ ਪ੍ਰੋਫੈਸਰ ਚਾਹੀਦੇ ਨੇ। ਬਿਲਕੁਲ ਸਹੀ ਸੁਣਿਆ ਜੀ, ਇਟਲੀ ਦੇ ਵਿੱਚ 11,000 ਪ੍ਰੋਫੈਸਰ ਚਾਹੀਦੇ ਨੇ। ਇਹਨਾਂ ਦੇ ਲਈ ਇੱਕ ਕੰਕੋਰਸ ਹੋਣੀ, ਇਹਨਾਂ ਦਾ ਇੱਕ ਪੇਪਰ ਹੋਣਾ, ਜਿਹਦੇ ਨਾਲ ਇਟਲੀ ਦੇ ਵਿੱਚ ਜੇਕਰ ਤੁਹਾਡੇ ਕੋਲ ਇਟਾਲੀ ਨਾਗਰਿਕਤਾ ਹੈ ਅਤੇ ਤੁਸੀਂ ਵੀ ਇਟਲੀ ਦੇ ਵਿੱਚ ਪ੍ਰੋਫੈਸਰ ਬਣ ਸਕਦੇ ਹੋ ਜੀ। ਅਤੇ ਇੱਕ ਵਾਰ ਫਿਰ ਰਸ਼ੀਆ ਵੱਲ ਨਜ਼ਰ ਮਾਰਦੇ ਹਾਂ। ਜੇ ਕੋਈ ਹਰ ਰੋਜ਼ ਅਸੀਂ ਰਸ਼ੀਆ ਨੂੰ ਦੇਖ ਰਹੇ ਹਾਂ, ਰਸ਼ੀਆ ਦੇ ਵਿੱਚ ਲਗਾਤਾਰ ਗਿਣਤੀ ਵਿਗੜਦੀ ਜਾ ਰਹੀ ਹੈ। ਇਸ ਟਾਈਮ ਫਿਰ ਲਾਸਟਲੇ 24 ਘੰਟਿਆਂ ਦੇ ਵਿੱਚ 752 ਬੰਦਿਆਂ ਦੀ ਹੋਈ ਮੌਤ, ਕੱਲ੍ਹ 737 ਬੰਦਿਆਂ ਦੀ ਹੋਈ ਸੀ। ਅਤੇ ਦੱਸਿਆ ਜਾ ਰਿਹਾ ਕਿ ਇੰਨੀਆਂ ਜਿਹੜੀਆਂ ਮੌਤਾਂ ਨੇ ਹੁਣ ਰਜਿਸਟਰ ਹੋ ਰਹੀਆਂ ਨੇ, ਪਹਿਲਾਂ ਨਹੀਂ ਹੋ ਰਹੀਆਂ ਸੀ। ਕੁਛ ਵੀ ਸਮਝ 'ਚ ਨਹੀਂ ਆ ਰਿਹਾ ਕਿਉਂ ਇੰਨੇ ਜਿਹੜੇ ਕੇਸ ਵੱਧਦੇ ਜਾ ਰਹੇ ਨੇ। ਅਤੇ ਜਿੱਧਰ ਹੀ ਇੱਕ ਪਾਸੇ ਵੈਕਸੀਨ ਲੱਗਣ ਤੋਂ ਬਾਅਦ ਇੰਨੇ ਬੰਦਿਆਂ ਦੀ ਮੌਤ ਹੋ ਰਹੀ ਹੈ, ਉੱਧਰ ਹੀ ਅਮਰੀਕਾ ਤੋਂ ਇੱਕ ਨਵਾਂ ਅਪਡੇਟ ਆਇਆ ਜੀ। ਉਸ ਅਪਡੇਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਮਰੀਕਾ ਨੇ 2,80,000 ਬੰਦਿਆਂ ਦੀ ਜਾਨ ਬਚਾਈ ਹੈ ਜੀ ਵੈਕਸੀਨ ਦੇ ਕਾਰਨ। ਬਿਲਕੁਲ ਸਹੀ ਸੁਣਿਆ ਜੀ, ਇੰਨੇ ਬੰਦਿਆਂ ਦੀ ਜਾਨ ਬਚੀ ਆ ਵੈਕਸੀਨ ਲੱਗਣ ਦੇ ਕਾਰਨ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆਪਣਾ ਆ ਰਿਹਾ ਜੀ ਵੀਅਤਨਾਮ ਤੋਂ। ਵੀਅਤਨਾਮ ਦੇ ਵਿੱਚ ਇੱਕ ਰਿਕਾਰਡ ਬਣਿਆ ਨਵਾਂ, 24 ਘੰਟਿਆਂ ਦੇ ਵਿੱਚ 1853 ਨਵੇਂ ਕੇਸ ਦਰਜ ਹੋਏ ਨੇ। ਦੱਸਿਆ ਜਾ ਰਿਹਾ ਕਿ ਹੁਣ ਤੱਕ ਜਿਸ ਟਾਈਮ ਤੋਂ ਲੋਕਡਾਊਨ ਖੁੱਲ੍ਹਾ ਜੀ, ਸਭ ਤੋਂ ਵੱਡਾ ਇਹ ਡਾਟਾ ਮੰਨਿਆ ਜਾ ਰਿਹਾ ਜੀ। ਮਾਲਟਾ ਦੇ ਵਿੱਚ 120 ਬੰਦੇ ਕੁਆਰੰਟਾਈਨ ਕਰ ਦਿੱਤੇ ਗਏ ਨੇ, ਤਕਰੀਬਨ 50 ਪੋਜ਼ੀਟਿਵ ਆਏ ਸਨ। ਮਾਲਟਾ ਦੇ ਵਿੱਚ ਸਮੁੰਦਰ ਕੰਢੇ ਛੁੱਟੀਆਂ ਮਨਾਉਣ ਜਿਹੜੇ ਬੰਦੇ ਗਏ ਸੀ ਕੋਵਿਡ ਹੋਟਲ ਦੇ ਵਿੱਚ, ਇਹਨਾਂ ਨੂੰ ਰੱਖਿਆ ਗਿਆ। 120 ਤੋਂ 130 ਅੰਦਾਜ਼ਾ ਲਾਇਆ ਜਾ ਰਿਹਾ ਕਿ ਇਟਾਲੀਅਨ ਹੋਣਗੇ ਇਹਨਾਂ ਦੇ ਵਿੱਚ, ਜੋ ਕਿ ਕੁਆਰੰਟਾਈਨ ਦੇ ਵਿੱਚ ਨੇ। ਇਹਨਾਂ ਨੂੰ ਇਸ ਟਾਈਮ ਉੱਥੇ ਹੀ ਬਲੌਕ ਕਰ ਲਿਆ ਗਿਆ ਜੀ। ਅਤੇ ਮਾਲਟਾ ਵਾਲਿਆਂ ਨੇ ਦੱਸਿਆ ਸੀ ਕਿ ਜਿਹੜੇ ਬੰਦਿਆਂ ਦੇ ਵੈਕਸੀਨ ਲੱਗੀ ਹੋਊਗੀ ਉਹਨਾਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਜਾਊਗੀ, ਬਾਕੀਆਂ ਨੂੰ ਨਹੀਂ ਆਉਣ ਦਿੱਤਾ ਜਾਣਾ। ਮਾਲਟਾ ਦੇ ਵਿੱਚ ਹੁਣ 120 ਬੰਦੇ ਕਿਸ ਹਿਸਾਬ ਦੇ ਨਾਲ ਨਿਕਲਦੇ ਨੇ, ਕੁਆਰੰਟਾਈਨ ਹੋ ਕੇ ਨਿਕਲਣਾ ਪੈਣਾ ਜਾਂ ਨਹੀਂ, ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹਦੇ ਬਾਰੇ ਵੀ ਪਤਾ ਲੱਗ ਜਾਣਾ ਜੀ। ਅਤੇ ਕੰਪਨੀਆਂ ਬਾਰੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ, ਕੰਪਨੀਆਂ ਨੇ ਕਿਹਾ ਹੈ ਕਿ ਜੇਕਰ ਸਾਡੇ ਏਰੀਏ ਦੇ ਵਿੱਚ ਕੇਸ ਵਧੇ ਤਾਂ ਅਸੀਂ ਜਿਹੜੇ ਆ ਲੋਕਡਾਊਨ ਕਰ ਦੇਣਾ ਪੂਰੇ ਦਾ ਪੂਰਾ ਕੰਪਨੀਆਂ।
ਉਧਰ ਹੀ ਜੇ ਦੇਖੀਏ ਕੰਪਨੀਆਂ ਦੇ ਵਿੱਚ ਗਿਣਤੀ ਦੀ, ਕੰਪਨੀਆਂ ਦੇ ਵਿੱਚ ਅੱਜ 210 ਕੇਸ ਰਜਿਸਟਰ ਹੋਇਆ, ਕੱਲ੍ਹ ਜਿਹੜੇ 200-250 ਤੋਂ ਉੱਤੇ ਕੇਸ ਸਨ। ਅਤੇ ਜੇ ਅਸੀਂ ਗੱਲ ਇੱਕ ਕਰੀਏ ਆਪਣੀ ਇੰਗਲੈਂਡ ਦੀ, ਇੰਗਲੈਂਡ ਦੇ ਵਿੱਚ ਲਾਸਟਲੇ 24 ਘੰਟੇ ਦੇ ਵਿੱਚ ਜਿਹੜੇ ਕੇਸ ਦਰਜ ਹੋਇਆ ਜੀ ਉਹ ਜੀ 32,367 32,367 ਕੇਸ ਦਰਜ ਹੋਇਆ ਜੀ। 2-3 ਦਿਨ ਲਗਾਤਾਰ ਹੋ ਗਏ ਨੇ ਕਿ ਉੱਥੇ ਜਿਹੜੇ ਕੇਸਾਂ ਦੀ ਗਿਣਤੀ ਆ ਤੇ 30,000 ਤੋਂ ਉੱਤੇ ਆ ਰਹੀ ਹੈ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਜੋ ਆ ਰਿਹਾ ਦੱਸਿਆ ਜਾ ਰਿਹਾ ਕਿ ਇੰਗਲੈਂਡ ਦੇ ਵਿੱਚ ਜਿਹੜੇ 30,000 ਦੀ ਗਿਣਤੀ ਟੱਪੀ ਆ। ਇੱਕ ਦਿਨ ਪਹਿਲਾਂ ਫਾਈਨਲ ਤੋਂ ਜਿਹੜਾ ਯੂਰਪ ਲੀਗ ਦਾ ਫਾਈਨਲ ਹੋ ਰਿਹਾ, ਉਸ ਤੋਂ ਬਾਅਦ ਇਟਲੀ ਅਤੇ ਇੰਗਲੈਂਡ ਦੇ ਵਿੱਚ ਜਿਹੜਾ ਫਾਈਨਲ ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਵੀ ਇਟਲੀ ਇਸ ਫਾਈਨਲ ਤੋਂ ਬਾਅਦ ਯਕਦਮ ਹੀ ਇੱਕ ਉਛਾਲ ਵੱਜਣਾ, ਇੱਕ ਛਾਲ ਵੱਜਣੀ ਹੈ ਜੀ। ਕੇਸ ਆ ਜਿਹੜੇ ਬਹੁਤ ਹੀ ਜ਼ਿਆਦਾ ਵੱਧ ਸਕਦੇ ਆ ਜੀ। ਅਤੇ ਇੰਗਲੈਂਡ ਦੇ ਵਿੱਚ ਜਿਹੜਾ ਮੈਚ ਹੋਣ ਜਾ ਰਿਹਾ ਫਾਈਨਲ, ਉਹਦੇ ਬਾਰੇ ਉੱਥੇ ਜਿਹੜੀ ਪੁਲਿਸ ਕਹਿ ਰਹੀ ਹੈ ਕਿ ਜਿਨ੍ਹਾਂ ਵੀ ਟੂਰਿਸਟ ਬੰਦਿਆਂ ਦੇ ਕੋਲ ਸਟੇਡੀਅਮ ਦੇ ਵਿੱਚ ਦੇਖਣ ਲਈ ਟਿਕਟ ਨਾ ਹੋਵੇ ਤਾਂ ਉਹ ਲੰਡਨ ਦੇ ਸਟੇਡੀਅਮ ਦੇ ਨੇੜੇ ਤੇੜੇ ਵੀ ਨਹੀਂ ਦਿਸਣੇ ਚਾਹੀਦੇ, ਕਿਉਂਕਿ ਨਹੀਂ ਤਾਂ ਧੱਕੇ ਦੇ ਨਾਲ ਉਹਨਾਂ ਨੂੰ ਉੱਥੋਂ ਕਿਸੇ ਹੋਰ ਪਾਸੇ ਨੂੰ ਤੋੜ ਦੇਣਾ ਅਤੇ ਅੰਦਰ ਉਹਨਾਂ ਨੂੰ ਨਹੀਂ ਵੜਨ ਦਿੱਤਾ ਜਾਊਗਾ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਹੈ ਜੀ, ਜੇਕਰ ਤੁਹਾਡੇ ਕੋਲ ਗੱਡੀ ਤੁਹਾਡੇ ਕੋਲ ਪੁਰਾਣੀ ਆ ਤਾਂ ਤੁਸੀਂ ਪੈਸੇ ਸਰਕਾਰ ਦੇ ਕੋਲੋਂ ਲੈ ਸਕਦੇ ਹੋ। 750 ਯੂਰੋ ਤੋਂ ਲੈ ਕੇ ਤੁਹਾਨੂੰ 2,000 ਯੂਰੋ ਤੱਕ ਮਿਲ ਸਕਦਾ ਹੈ ਜੀ। ਹੁਣ ਦੇਖਦੇ ਹਾਂ ਜੀ ਕੌਣ ਬੰਦਾ ਹੱਕਦਾਰ ਹੈ 2,000 ਯੂਰੋ ਦਾ, ਕੌਣ ਬੰਦਾ ਹੱਕਦਾਰ ਹੈ 1,000 ਯੂਰੋ ਦਾ, ਅਤੇ ਕਿਹੜਾ ਬੰਦਾ ਹੱਕਦਾਰ ਹੈ 750 ਯੂਰੋ ਦਾ। ਸਰਕਾਰ ਹਰ ਸਾਲ ਨਵੀਆਂ ਸਕੀਮਾਂ ਬਣਾ ਰਹੀ ਹੈ, ਬੋਨਸ ਦੇ ਰਹੀ ਹੈ, ਕਿਸੇ ਵੀ ਤਰ੍ਹਾਂ ਕਰ ਰਹੀ ਹੈ ਕਿ ਬੰਦੇ ਜਿਹੜੇ ਪ੍ਰਦੂਸ਼ਣ ਹਵਾ ਦੇ ਵਿੱਚ ਫੈਲ ਰਿਹਾ ਜੀ, ਗਲੋਬਲ ਵਾਰਮਿੰਗ ਨੂੰ ਘੱਟ ਕੀਤਾ ਜਾਵੇ। ਅਤੇ ਇਹਦੇ ਜਿਹੜਾ ਪ੍ਰਦੂਸ਼ਣ ਘਟਾਉਣ ਦੇ ਲਈ ਇੱਕ ਤਰੀਕਾ ਹੈ ਜੀ, ਉਹ ਇਹ ਹੈ ਕਿ ਜਿਹੜੇ ਜਿੰਨੀਆਂ ਵੀ ਬੰਦਿਆਂ ਦੇ ਕੋਲ ਗੱਡੀਆਂ ਨੇ, ਗੱਡੀਆਂ ਨੂੰ ਇਲੈਕਟ੍ਰੋਨਿਕ ਕੀਤਾ ਜਾਵੇ, ਨਵੀਆਂ ਗੱਡੀਆਂ ਖਰੀਦੀਆਂ ਜਾਣ, ਕਿਉਂਕਿ ਜਿਹੜੀ ਤਕਰੀਬਨ 10 ਸਾਲ ਪੁਰਾਣੀ ਗੱਡੀ ਹੋ ਜਾਂਦੀ ਹੈ, ਉਸ ਗੱਡੀ ਦੇ ਵਿੱਚ ਪ੍ਰਦੂਸ਼ਣ ਫੈਲਾਉਣ ਦੀ ਕੈਪੈਸਿਟੀ ਉਹਦੀ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਆ। ਹੁਣ ਦੇਖੋ ਨਵੀਆਂ ਜਿਹੜੀਆਂ ਗੱਡੀਆਂ ਉਹਨਾਂ ਨੂੰ ਖਰੀਦਣ ਦੇ ਲਈ ਬੰਦਿਆਂ ਦੇ ਕੋਲ ਪੈਸੇ ਵੀ ਘੱਟ ਹੋ ਸਕਦੇ ਆ ਜੀ। ਅਤੇ ਇਸ ਕਰਕੇ ਸਰਕਾਰ ਕਹਿ ਰਹੀ ਹੈ ਕੋਈ ਗੱਲ ਨਹੀਂ ਜੀ, ਤੁਸੀਂ ਆਪਣੀ ਨਵੀਂ ਗੱਡੀ ਸੁੱਟਣ ਵਾਲੇ ਬਣੋ, ਅਸੀਂ ਤੁਹਾਨੂੰ ਪੈਸੇ ਦੇਣ ਵਾਲੇ ਬਣਦੇ ਹਾਂ ਜੀ। ਸਰਕਾਰ ਨੇ ਨਵੀਆਂ ਸਕੀਮਾਂ ਜਿਹੜੀਆਂ ਚਲਾਈਆਂ ਨੇ। ਹੁਣ ਸਕੀਮ ਜਿਹੜੀ 31 ਦਸੰਬਰ 2021 ਤੱਕ ਵੈਲਿਡ ਆ ਜੀ। ਜੇਕਰ ਤੁਹਾਡੀ ਜਿਹੜੀ ਗੱਡੀ ਆ 2011 ਤੋਂ ਪਹਿਲੀ ਆ, ਜੇਕਰ ਤੁਹਾਡੀ ਗੱਡੀ 2011 ਤੋਂ ਪੁਰਾਣੀ ਆ ਜਾਂ ਫਿਰ ਘੱਟ ਤੋਂ ਘੱਟ ਜਿਸ ਟਾਈਮ ਤੁਸੀਂ ਵੇਚ ਰਹੇ ਉਹਨੂੰ 10 ਸਾਲ ਪੁਰਾਣੀ ਹੋ ਚੁੱਕੀ ਆ, ਮੰਨ ਲਓ ਤੁਸੀਂ ਹੁਣੇ ਵੇਚ ਰਹੇ ਤਾਂ ਤੁਹਾਡੀ ਗੱਡੀ 10 ਸਾਲ ਪੁਰਾਣੀ ਆ ਅਤੇ ਤੁਹਾਡੇ ਕੋਲ ਉਹ ਜਿਹੜੀ ਗੱਡੀ ਆ ਘੱਟ ਤੋਂ ਘੱਟ ਲਾਸਟਲੇ 12 ਮਹੀਨੇ ਤੋਂ, ਮਤਲਬ ਤੁਸੀਂ ਜਿਹੜੀ ਸੈਕਿੰਡ ਹੈਂਡ ਗੱਡੀ ਆ ਤੁਸੀਂ ਉਹ ਵੇਚ ਰਹੇ ਹੋ 2011 ਤੋਂ ਪੁਰਾਣੀ ਆ ਅਤੇ ਤੁਹਾਡੇ ਕੋਲ 1 ਸਾਲ ਹੋ ਚੁੱਕਾ ਉਸ ਗੱਡੀ ਨੂੰ ਰੱਖੀ ਨੂੰ, ਤਾਂ ਸਰਕਾਰ ਕਹਿ ਰਹੀ ਹੈ ਜੇਕਰ 0 ਤੋਂ ਲੈ ਕੇ 60 ਗ੍ਰਾਮ ਤੱਕ ਪ੍ਰਦੂਸ਼ਣ ਫੈਲਾ ਰਹੀ ਹੈ 1 ਕਿਲੋਮੀਟਰ ਪਿੱਛੇ, ਇਹ ਜਿਹੜਾ ਕਿਸੇ ਵੀ ਪਾਸੇ ਤੁਸੀਂ ਜਾ ਕੇ ਆਪਣੇ ਲਿਵਰੈਤੋ ਦੇ ਉੱਤੇ ਜਾਂ ਫਿਰ ਕਿਸੇ ਮਕੈਨਿਕ ਤੋਂ ਜਾ ਕੇ ਪੁੱਛ ਸਕਦੇ ਹੋ, ਤਾਂ ਤੁਹਾਨੂੰ ਜਿਹੜਾ 0 ਤੋਂ 60 ਗ੍ਰਾਮ ਕਿਲੋਮੀਟਰ ਦੇ ਹਿਸਾਬ ਨਾਲ ਜੇਕਰ ਫੈਲ ਰਿਹਾ ਜੀ ਪ੍ਰਦੂਸ਼ਣ, ਅਤੇ ਤੁਹਾਨੂੰ 2,000 ਯੂਰੋ ਦਾ ਸਰਕਾਰ ਮੁਨਾਫਾ ਕਰੂਗੀ, 2,000 ਯੂਰੋ ਤੁਹਾਨੂੰ ਸਰਕਾਰ ਦੇਊਗੀ ਜੀ। ਅਤੇ ਉਹ ਜੋ 2,000 ਆ ਤੁਹਾਨੂੰ ਲੈਸ ਹੋਊਗਾ, ਸਰਕਾਰ ਨੇ ਦੇਣਾ ਜੀ ਨਵੀਂ ਗੱਡੀ ਨੂੰ। ਹੁਣ ਇਸ ਤੋਂ ਬਾਅਦ ਦੇਖੋ ਜੇਕਰ ਤੁਸੀਂ ਗੱਡੀ ਇਲੈਕਟ੍ਰੋਨਿਕ ਲਓਗੇ ਤਾਂ ਉਹਦੇ ਵਿੱਚ 8,000 ਯੂਰੋ ਸਰਕਾਰ ਦੇ ਰਹੀ ਆ। ਗੱਡੀ ਨਵੀਂ ਲੈਣ ਦਾ 2,000 ਤੁਹਾਨੂੰ ਇਹਦੇ ਵਿੱਚ ਮਿਲ ਜਾਣਾ। 30-40 ਹਜ਼ਾਰ ਦੀ ਗੱਡੀ ਤੁਹਾਨੂੰ 20-25 ਹਜ਼ਾਰ ਦੀ ਮਿਲਣੀ ਹੈ। ਜੇਕਰ ਤੁਸੀਂ ਕੋਈ ਤੀਪੋ ਲੈਣੀ ਹੈ ਜਾਂ ਹੋਰ ਗੱਡੀ ਲੈਣੀ ਆ ਤਾਂ ਤਕਰੀਬਨ ਇੰਨੀ ਕੁ ਦੀ ਤੁਹਾਨੂੰ ਨੋਰਮਲ ਵੀ ਮਿਲ ਜਾਣੀ। ਤੁਹਾਨੂੰ ਗੱਡੀਆਂ ਇਲੈਕਟ੍ਰੋਨਿਕ ਗੱਡੀਆਂ ਵੀ ਸਸਤੇ ਰੇਟ 'ਤੇ ਸਰਕਾਰ ਦਵਾ ਰਹੀ ਆ। ਇੱਕ ਹੋਰ ਚੱਕਰ, ਗੱਡੀ ਤੁਹਾਡੀ 10 ਸਾਲ ਪੁਰਾਣੀ ਹੈ, ਤੁਹਾਡੇ ਕੋਲ 12 ਮਹੀਨੇ ਦੀ ਹੈ, ਅਤੇ ਜੇ ਉਹਦੀ 61 ਤੋਂ 90 ਗ੍ਰਾਮ ਤੱਕ ਪ੍ਰਦੂਸ਼ਣ ਆ ਤਾਂ ਫਿਰ ਉਹ 1,000 ਯੂਰੋ ਤੁਹਾਨੂੰ ਦੇਊਗੀ। ਹੁਣ ਜਾਣੀ ਸੱਟਣ ਦੇ ਤੁਹਾਨੂੰ 1,000 ਯੂਰੋ ਮਿਲਣਗੇ। ਅਤੇ ਜੇਕਰ ਤੁਹਾਡੀ ਜਿਹੜੀ ਗੱਡੀ ਦਾ ਪ੍ਰਦੂਸ਼ਣ 91 ਤੋਂ ਲੈ ਕੇ 160 ਤੱਕ ਆ ਤਾਂ ਫਿਰ ਤੁਹਾਨੂੰ 750 ਯੂਰੋ ਹੀ ਮਿਲਣਾ ਹੈ ਜੀ। ਅਤੇ ਇੱਕ ਹੋਰ ਗੱਲ ਇਹਦੇ ਵਿੱਚ ਨੋਟ ਕਰਨ ਵਾਲੀ ਹੈ ਜੀ, ਉਹ ਗੱਲ ਇਹ ਹੈ ਕਿ ਜੇਕਰ ਤੁਸੀਂ ਨਵੀਂ ਗੱਡੀ ਨਹੀਂ ਲੈ ਸਕਦੇ ਤਾਂ ਫਿਰ ਤੁਸੀਂ ਇੱਕ ਸੈਕਿੰਡ ਹੈਂਡ ਗੱਡੀ ਵੀ ਲੈ ਸਕਦੇ ਹੋ। ਸੈਕਿੰਡ ਹੈਂਡ ਗੱਡੀ ਦੇ ਵੀ ਤੁਹਾਨੂੰ ਸਰਕਾਰ 2,000, 1,000 ਜਾਂ ਫਿਰ 750 ਯੂਰੋ ਦੇਊਗੀ। ਇਹਦੇ ਵਿੱਚ ਸ਼ਰਤ ਕੀ ਆ? ਇਹਦੇ ਵਿੱਚ ਸ਼ਰਤ ਇਹ ਹੈ ਜੀ ਕਿ ਜਿਹੜੀ ਤੁਸੀਂ ਸੈਕਿੰਡ ਹੈਂਡ ਗੱਡੀ ਲੈਣੀ ਆ ਜਿਹਦੇ ਵਿੱਚ ਜਿਹੜਾ ਪ੍ਰਦੂਸ਼ਣ ਫੈਲਾਉਣ ਦਾ ਜਿਹੜਾ ਘੱਟ ਵਾ, ਪ੍ਰਦੂਸ਼ਣ ਫੈਲਾਉਣ ਵਾਲੇ ਘੱਟ ਨੇ, ਜਿਨ੍ਹਾਂ ਨੂੰ ਤੁਸੀਂ ਕਣ ਕਹਿ ਸਕਦੇ ਹੋ, ਪਦਾਰਥ ਕਹਿ ਸਕਦੇ ਹੋ, ਕੋਈ ਵੀ ਗੈਸ ਕਹਿ ਸਕਦੇ ਹੋ, ਉਸ ਦਾ ਰੇਟ ਸੈਕਿੰਡ ਹੈਂਡ ਗੱਡੀ ਦਾ ਰੇਟ ਹੈ ਜਿਹੜਾ 25,000 ਤੋਂ ਘੱਟ ਹੋਣਾ ਚਾਹੀਦਾ। ਜੇਕਰ ਤੁਸੀਂ ਨਵੀਂ BMW ਲੈਣੀ ਹੈ ਜਿਹੜੀ ਪ੍ਰਦੂਸ਼ਣ ਘੱਟ ਫੈਲਾ ਰਹੀ ਹੈ, ਆਊਡੀ ਲੈਣੀ, ਮਰਸੀਡੀ ਲੈਣੀ, 25,000 ਤੋਂ ਘੱਟ ਰੇਟ ਆ, ਅਤੇ ਸਰਕਾਰ ਤੁਹਾਨੂੰ 750 ਤੋਂ ਲੈ ਕੇ 2,000 ਯੂਰੋ ਦੀ ਮਦਦ ਦੇਊਗੀ। ਇੱਕ ਗੱਲ ਹੋਰ ਜੋ ਨੋਟ ਕਰਨ ਵਾਲੀ ਹੈ ਜੀ, ਉਹ ਇਹ ਹੈ ਕਿ 30 ਦਸੰਬਰ 2018 ਤੋਂ ਲੈ ਕੇ 30 ਦਸੰਬਰ 2020 ਦੇ ਵਿੱਚ ਜੇਕਰ ਤੁਸੀਂ
ਕੋਈ ਸਰਕਾਰ ਤੋਂ ਹੈਲਪ ਲਈ ਆ ਬੋਨਸ ਆਊਟ ਦੀ, ਜਾਂ ਫਿਰ ਇੱਦਾਂ ਦੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਮਿਲੀ ਹੈ ਸਰਕਾਰ ਵੱਲੋਂ, ਤਾਂ ਫਿਰ ਉਸ ਸਿਚੁਏਸ਼ਨ ਦੇ ਵਿੱਚ ਇਹ ਜਿਹੜਾ ਬੋਨਸ ਆ ਤੁਹਾਨੂੰ ਨਹੀਂ ਮਿਲਣਾ। ਅਤੇ ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ ਜੀ, ਇਹ ਜੇਕਰ ਤੁਸੀਂ ਗੱਡੀਆਂ ਸੈਕਿੰਡ ਹੈਂਡ ਲੈ ਕੇ ਵੇਚੀ ਜਾਓਗੇ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਹੈਗਾ। ਸਿਰਫ ਇੱਕ ਵਾਰ ਹੀ ਤੁਸੀਂ ਇਹ ਬੋਨਸ ਲੈ ਸਕਦੇ ਹੋ। ਇਹ ਨਹੀਂ ਕਿ ਤੁਸੀਂ ਇੱਕ ਗੱਡੀ ਲੈ ਕੇ ਹੋਰ ਗੱਡੀ ਲੈ ਲਈ, ਹੋਰ ਗੱਡੀ ਲੈ ਕੇ ਹੋਰ ਗੱਡੀ ਲੈ ਕੇ 10 ਗੱਡੀਆਂ ਕਰਕੇ 20,000 ਤੁਹਾਨੂੰ ਇੱਦਾਂ ਮਿਲ ਜਾਣਾ, ਨਹੀਂ, ਸਿਰਫ ਇੱਕ ਬੰਦੇ ਨੂੰ ਹੀ 2,000 ਇੱਦਾਂ ਮਿਲਣਾ ਜੀ। ਇਹਦੇ ਨਾਲ ਸਾਡੀਆਂ ਅੱਜ ਦੀਆਂ ਖਬਰਾਂ ਇੱਥੇ ਮੁੱਕਦੀਆਂ ਨੇ ਜੀ। ਮਿਲਾਂਗੇ ਨੈਕਸਟ ਅਪਡੇਟ ਦੇ ਵਿੱਚ। ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੀ ਤੁਸੀਂ ਡਾਲਿਨ ਖਬਰਾਂ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।